ਰੋਜ਼ਾਨਾ ਲੋਕ ਨਾਥ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਦੇ ਅਹਿਮ ਮੁੱਦੇ ਤੇ। ਗੱਲਬਾਤ ਕਰਾਂਗੇ ਨਵਜੋਤ ਸਿੰਘ ਸਿੱਧੂ ਦੇ ਬਾਰੇ। ਨਵਜੋਤ ਸਿੰਘ ਸਿੱਧੂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਟਵੀਟ ਦੇ ਰਾਹੀਂ ਆਪਣੀ ਸਰਕਾਰ ਤੇ ਖਾਸ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਕਈ ਮੁੱਦਿਆਂ ਨੂੰ ਲੈ ਕੇ ਨਿਸ਼ਾਨੇ ਸਾਧਦੇ ਆ ਰਹੇ ਨੇ ਤੇ ਅੱਜ ਇੱਕ ਵਾਰ ਫਿਰ ਤੋਂ ਨਵਜੋਤ ਸਿੰਘ ਸਿੱਧੂ ਨੇ ਵੱਡੇ ਸ਼ਬਦੀ ਵਾਰ ਕੀਤੇ ਨੇ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਤੇ ਸਵਾਲ ਚੁੱਕੇ ਨੇ ਕਿ ਜਿਹੜੀ ਜਾਂਚ ਸੀਗੀ ਕੁੰਵਰ ਵਿਜੇ ਪ੍ਰਤਾਪ ਦੀ ਉਹ ਜਿਹੜੀ ਖਾਰਜ ਕੀਤੀ ਗਈ ਹੈ ਹਾਈ ਕੋਰਟ ਦੇ ਵੱਲੋਂ, ਇਸ ਮਾਮਲੇ ਦੇ ਆਰਡਰ ਵੀ ਹੁਣ ਆ ਚੁੱਕੇ ਨੇ। ਹੁਣ ਅਗਲਾ ਕੀ ਜਿਹੜਾ ਕਦਮ ਹੋਣਾ ਚਾਹੀਦਾ ਹੈ ਉਸ ਤੇ ਉਹਨਾਂ ਨੇ ਗੱਲਬਾਤ ਕੀਤੀ ਹੈ ਕਿ ਪੰਜਾਬ ਸਰਕਾਰ ਉਸ ਮਾਮਲੇ ਦੇ ਵਿੱਚ ਲੇਟ ਹੋ ਰਹੀ ਹੈ। ਜੇਕਰ ਨਵੀਂ SIT ਬਣਾਉਣੀ ਹੈ ਤਾਂ ਵੀ ਲੇਟ ਹੋ ਰਹੀ ਹੈ, ਜੇ ਸੁਪਰੀਮ ਕੋਰਟ ਦਾ ਰੁਖ ਕਰਨਾ ਤਾਂ ਵੀ ਲੇਟ ਹੋ ਰਹੀ ਹੈ। ਇਸ ਪੂਰੇ ਮਾਮਲੇ ਦੇ ਉੱਪਰ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਹੋਰ ਵੀ ਕਈ ਸਵਾਲ ਚੁੱਕੇ ਗਏ ਨੇ। ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿਹੜੇ ਦੋਸ਼ੀਆਂ ਨੂੰ ਬਚਾਉਣ ਦਾ ਜਿਹੜਾ ਮੌਕਾ ਦਿੱਤਾ ਜਾ ਰਿਹਾ ਹੈ, ਦੋਸ਼ੀਆਂ ਨੂੰ ਸਬੂਤ ਖਤਮ ਕਰਨ ਦੇ ਮੌਕੇ ਦਿੱਤੇ ਜਾ ਰਹੇ ਨੇ। ਹੋਰ ਵੀ ਬਹੁਤ ਵੱਡੀਆਂ ਗੱਲਾਂ ਜਿਹੜੀਆਂ ਕਈਆਂ ਨੇ ਨਵਜੋਤ ਸਿੰਘ ਸਿੱਧੂ ਨੇ, ਤਾਂ ਇੱਥੇ ਵੱਡੇ ਸਵਾਲ ਕੁਝ ਇਹ ਵੀ ਖੜੇ ਹੁੰਦੇ ਨੇ ਕਿ ਜੇਕਰ SIT ਨਵੀਂ ਬਣਾ ਦਿੱਤੀ ਜਾਂਦੀ ਹੈ ਕਿ ਮਾਮਲਾ ਫਿਰ ਹੱਲ ਹੋ ਸਕਦਾ ਹੈ, ਕਿ ਪੀੜਤਾਂ ਨੂੰ ਇਨਸਾਫ ਮਿਲ ਸਕਦਾ ਹੈ, ਜਾਂ ਫਿਰ ਅਗਲੀ SIT ਦੀ ਰਿਪੋਰਟ ਆਉਣ ਤੋਂ ਬਾਅਦ ਵੀ ਮਾਮਲਾ ਇਸੇ ਦੀ ਤਰ੍ਹਾਂ ਲਟਕਦਾ ਰਹੇਗਾ। ਇਸ ਪੂਰੇ ਮਾਮਲੇ ਤੇ ਗੱਲਬਾਤ ਕਰਾਂਗੇ ਤੇ ਗੱਲਬਾਤ ਲਈ ਮੌਜੂਦ ਰਹਿਣਗੇ ਸਾਡੇ ਸੀਨੀਅਰ ਪੱਤਰਕਾਰ ਸਰਦਾਰ ਪਰਮਿੰਦਰ ਸਿੰਘ ਰਾਏਪੁਰ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਪਰਮਿੰਦਰ ਜੀ, ਸਵਾਗਤ ਹੈ ਰੋਜ਼ਾਨਾ ਲੋਕ ਨਾਥ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ। ਸਿੱਧੂ ਸਾਹਿਬ, ਧੰਨਵਾਦ ਹੈ ਤੁਹਾਡਾ ਜੀ। ਪਰਮਿੰਦਰ ਜੀ, ਕਿਵੇਂ ਦੇਖਦੇ ਹੋ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਜਿਹੜੇ ਟਵੀਟ ਕੀਤੇ ਗਏ ਨੇ? ਸਭ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਵਿਸਥਾਰ ਪੂਰਵਕ ਆਪਾਂ ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਨੇ ਵਰਡ ਬਾਏ ਵਰਡ ਜਿਹੜੇ ਟਵੀਟ ਕੀਤੇ ਨੇ ਉਹ ਕਿਵੇਂ ਸਵਾਲ ਚੁੱਕੇ ਨੇ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੀ ਸਰਕਾਰ ਦੇ ਉੱਪਰ ਬੇਅਦਬੀ ਦੇ ਮਾਮਲੇ ਨੂੰ ਲੈ ਕੇ। ਬਿਲਕੁਲ ਸੁਖਵਿੰਦਰ ਜੀ, ਜਿਹੜਾ ਇਹ ਮੁੱਦਾ ਹੈਗਾ ਨਾ, ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਜਿਹੜਾ ਘਟਨਾਕ੍ਰਮ ਵਾਪਰਿਆ ਉਹ ਸਾਰਾ ਨਾਲ ਲਾ ਕੇ ਇਹ ਮਾਮਲਾ ਬੜਾ ਵੱਡਾ ਇੱਕ ਮੁੱਦਾ ਬਣ ਗਿਆ, ਜਿਹੜਾ ਜਿਹਨੂੰ ਆਪਾਂ ਕਹਿੰਦੇ ਕਿ ਚੋਣ ਸਟੰਟ ਜਾਂ ਚੋਣ ਮੁੱਦਾ ਕਹਿ ਲਓ, ਉਹ ਬਣ ਗਿਆ। ਇਹ ਚੋਣਾਂ ਦੇ ਵੇਲੇ ਜਿਵੇਂ ਵਰਤਿਆ ਜਾਂਦਾ, ਹੋਰਨਾਂ ਮੁੱਦਿਆਂ ਨੂੰ ਵਰਤਿਆ ਜਾਂਦਾ, ਹੋਰਨਾਂ ਜਿਹੜੇ ਆਪਾਂ ਕਹਿ ਸਕਦੇ ਕਿ ਚੋਣਾਂ ਦੇ ਵੇਲੇ ਭਖਦੇ ਮਸਲੇ ਉਜਾਗਰ ਕਰਕੇ ਉਹਨਾਂ ਦੇ ਉੱਤੇ ਸਿਆਸਤ ਕਰਨੀ, ਉਹ ਸਾਰਾ ਕੁਛ ਮਸਲਾ, ਸਾਰਾ ਜਿਹੜਾ ਦਿੱਖ ਹੈ ਜਿਹੜੀ ਸਾਰੀ ਉਹਨਾਂ ਮਾਮਲਿਆਂ ਨੂੰ ਲੈ ਕੇ ਇਸ ਮਸਲੇ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ। ਸਿੱਧੂ ਨੇ ਜਿਹੜਾ ਕਿਹਾ ਉਹ ਮੈਂ ਤੁਹਾਨੂੰ ਜਿਹੜਾ ਪੰਜਾਬੀ ਦੇ ਵਿੱਚ ਉਹਦੀ ਜੇ ਰੱਖਿਆ ਕਰੀਏ ਤਾਂ ਉਹ ਸਿੱਧੇ ਤਰੀਕੇ ਨਾਲ ਇਹੀ ਕਹਿ ਰਿਹਾ ਕਿ ਜਿਹੜਾ ਇਹ ਮਾਮਲਾ ਹੈਗਾ ਬੇਅਦਬੀ ਦਾ, ਜਾਂ ਉਹਦੇ ਕੋਲ ਦੋ ਰਸਤੇ ਕਹਿੰਦਾ ਸਾਡੇ ਕੋਲ ਹੈਗੇ ਨੇ। ਇੱਕ ਤਾਂ ਜੋ ਹਾਈ ਕੋਰਟ ਨੇ ਕਿਹਾ ਮੰਨ ਲਓ, ਜੋ ਉਹ ਕਰ ਰਹੀ ਹੈ ਠੀਕ ਹੈ, ਮੰਨਦੀ ਹੈ ਉਹਨੂੰ। ਦੂਜਾ ਕਹਿੰਦਾ ਵੀ ਸਾਡੇ ਕੋਲ ਹੈਗਾ ਸੁਪਰੀਮ ਕੋਰਟ ਜਾਣ, ਸੁਪਰੀਮ ਕੋਰਟ ਦੇ ਵਿੱਚ ਹਾਈ ਕੋਰਟ ਦੀ ਅਪੀਲ ਦੇ ਹਾਈ ਕੋਰਟ ਦੇ ਖਿਲਾਫ ਅਪੀਲ ਕਰਕੇ ਸੁਪਰੀਮ ਕੋਰਟ 'ਚ ਜਾਇਆ ਜਾਵੇ। ਪਰ ਦੇਰੀ ਹੈ ਜਿਹੜੀ ਜਾਂ ਡਿਲੇ ਕਰਨਾ ਇਸ ਨੂੰ, ਉਹ ਵੱਡੀ ਗੱਲ ਹੈ ਉਹਦੇ ਵਿੱਚ। ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਇਤਿਹਾਸ ਨੇ ਦਰਸਾਇਆ ਹੈ ਵੀ ਜਦੋਂ ਕਿਸੇ ਇੱਕ ਮਾਮਲੇ ਦੀ ਜਾਂਚ ਦੁਬਾਰਾ ਉਸੇ ਤਰ੍ਹਾਂ ਦੀ ਏਜੰਸੀ ਤੋਂ ਕਰਵਾ ਲਈ ਜਾਵੇ ਜਿੱਦਾਂ ਦਾ ਪਹਿਲਾਂ ਕੀਤੀ ਗਈ ਹੈ, ਤਾਂ ਉਹ ਕਿਤੇ ਨਾ ਕਿਤੇ ਇਹ ਸਮਝਣ ਵਾਸਤੇ ਕਿ ਦੋਸ਼ੀਆਂ ਨੂੰ ਜਾਂ ਜਿਹੜੇ ਉਸ ਘਟਨਾਕ੍ਰਮ ਦੇ ਵਿੱਚ ਸ਼ਾਮਲ ਹੁੰਦੇ ਨੇ ਉਹਨਾਂ ਨੂੰ ਮੌਕਾ ਬਖਸ਼ ਦਿੰਦੀ ਹੈ ਕਿ ਉਹ ਆਪਣਾ ਬਚਾਅ ਕਿਵੇਂ ਕਰਨ, ਉਹਨਾਂ ਨੂੰ ਸਮਾਂ ਦੇ ਦਿੰਦੀ ਹੈ। ਉਹ ਕਹਿੰਦਾ ਵੀ ਸਾਨੂੰ ਇਸ ਜਾਂਚ ਪ੍ਰਤੀ ਜਿਹੜੀ ਸਿੱਟ ਬਣੀ ਹੈ, ਜਾਂ ਤਾਂ ਉਹਦੀ ਫਾਸਟ ਟਰੈਕ ਸੁਣਵਾਈ ਹੋਣੀ ਚਾਹੀਦੀ ਹੈ ਦਿਨ ਪ੍ਰਤੀ ਦਿਨ, ਹਰ ਇੱਕ ਦਿਨ। ਤੇ ਦੂਜੀ ਗੱਲ ਉਹਨਾਂ ਨੇ ਇਹ ਗੱਲ ਕੀਤੀ ਕਿ ਜਿਹੜੇ ਫਾਸਟ ਟਰੈਕ ਜਾਂਚ ਦੇ ਨਾਲ ਨਾਲ ਜਿਹੜੇ ਬੰਦੇ ਇਨਵੋਲਵ ਹੁੰਦੇ ਨੇ ਜਾਂ ਜਿਨ੍ਹਾਂ ਨੂੰ ਆਪਾਂ ਮੰਨ ਲਈਏ ਕਿ ਸਜ਼ਾ ਦੇਣੀ ਹੁੰਦੀ ਹੈ, ਇਹ ਮਤਲਬ ਉਹਨਾਂ ਦੇ ਭਾਵ ਅਰਥ ਜਿਹੜੇ ਆਪਾਂ ਕਹਿ ਸਕਦੇ ਉਹਦੇ ਟਵੀਟ ਦੇ, ਉਹੀ ਗੱਲ ਮੈਂ ਤੁਹਾਡੇ ਨਾਲ ਇਹ ਸਾਂਝੀ ਕਰਨਾ ਚਾਹੁੰਦਾ ਕਿ ਜਿੱਦਾਂ ਪਟਿਆਲੇ ਦੇ ਵਿੱਚ ਉਹ ਪਹਿਲਾਂ ਬੋਲ ਕੇ ਗਏ ਸੀ ਇੱਕ ਦਿਨ ਕਿ ਸਿੱਟ ਦਾ ਮਤਲਬ ਕੀ ਆ, ਸਿੱਟ ਕਿੰਨੀਆਂ ਸਿੱਟਾਂ ਹੋਈਆਂ ਤੇ ਕਿਸ ਸਿੱਟੇ ਤੇ ਨਿਕਲੀ ਹੈ ਕੋਈ ਸਿੱਟ, ਤੇ ਸਿੱਟ ਦਾ ਮਤਲਬ ਹੁੰਦਾ ਵੀ ਸਿੱਟ ਡਾਊਨ, ਬੈਠ ਜਾਓ। ਜਿਵੇਂ ਉਹਨਾਂ ਨੇ ਬੋਲ ਕੇ ਜੇ ਉਹਨਾਂ ਨੇ ਬੋਲ ਕੇ ਇਹ ਜਿਵੇਂ ਉਹਨਾਂ ਨੇ ਬੋਲ ਕੇ ਗੱਲ ਦੱਸੀ ਸੀ, ਉਹਨਾਂ ਨੇ ਨਾਲ ਇਹ ਵੀ ਵਿੱਚ ਆਪਣੇ ਟਵੀਟ ਦੇ ਕਿਹਾ ਕਿ ਜੇ ਸਿੱਟ ਤੋਂ ਜਾਂਚ ਕਰਵਾਉਣੀ ਵੀ ਹੈਗੀ ਹੈ ਤਾਂ ਨਿਰਪੱਖ ਔਰ ਸਮਾਬੱਧ, ਜਿਹਨੂੰ ਕਹਿੰਦੇ ਸਮਾਂ ਤੈਅ ਹੋਣਾ ਚਾਹੀਦਾ ਹੈ ਕਿ ਇੰਨੇ ਸਮੇਂ ਦੇ ਵਿੱਚ ਇਸ ਨੇ ਜਾਂਚ ਮੁਕੰਮਲ ਕਰ ਲੈਣੀ ਹੈ।
ਕੁਐਸਚਨ ਤਾਂ ਦੇਖੋ ਕੱਲ ਵੀ ਕਈ ਤਰ੍ਹਾਂ ਦੇ ਉਠਾਏ ਨੇ ਨਵਜੋਤ ਸਿੱਧੂ ਨੇ ਇਸ ਮਾਮਲੇ ਨੂੰ ਲੈ ਕੇ, ਜਿਵੇਂ ਉਹ ਕਹਿੰਦਾ ਵੀ ਜੇ ਸਬੂਤ ਹੈਗੇ ਸੀ ਤਾਂ ਪੇਸ਼ ਕਿਉਂ ਨਹੀਂ ਕੀਤੇ, ਪੇਸ਼ ਕਿਉਂ ਪਰ ਨਹੀਂ ਕਿਤੇ ਹੋਏ, ਨਾ ਐਫ ਕਿਤੇ ਆਈ ਇਹ ਆਰ ਵੀ ਨਾ ਸਵਾਲਾਂ ਦੇ ਵਿੱਚ ਹੋਈਆਂ। ਘੇਰੇ ਦੇ ਵਿੱਚ ਹੀ ਆ ਪਰਮਿੰਦਰ ਜੀ, ਜਿਸ ਤਰੀਕੇ ਨਾਲ ਹੁਣ ਗੱਲ ਕਹੀ ਜਾ ਰਹੀ ਹੈ ਕਿ ਜੇਕਰ ਜਾਂਚ ਜਲਦੀ ਤੋਂ ਦੁਬਾਰਾ ਕਰਵਾਉਣੀ ਹੈ ਤਾਂ ਜਲਦੀ ਕਰਵਾਈ ਜਾਵੇ, ਸਮਾਂਬੱਧ ਜਾਂਚ ਹੋਣੀ ਚਾਹੀਦੀ ਹੈ। ਤਾਂ ਜੇ ਹੁਣ ਸਮਾਂਬੱਧ ਜਾਂਚ ਹੋ ਸਕਦੀ ਹੈ ਵੋਟਾਂ ਨੇੜੇ ਦੇਖ ਕੇ, ਤਾਂ ਉਸ ਤੋਂ ਪਹਿਲਾਂ 4.5 ਸਾਲ ਲੰਘ ਗਏ, ਉਸ ਤੋਂ ਪਹਿਲਾਂ ਸਮਾਂਬੱਧ ਜਾਂਚ ਕਿਉਂ ਨਹੀਂ ਕੀਤੀ ਗਈ? ਨਵਜੋਤ ਸਿੰਘ ਸਿੱਧੂ ਨੇ ਫਾਸਟ ਟਰੈਕ ਕੋਰਟ ਦੀ ਵੀ ਜਿਹੜੀ ਹੈ ਮੰਗ ਕੀਤੀ ਹੈ। ਜੇਕਰ ਸਰਕਾਰ ਦੀ ਨੀਅਤ ਸਹੀ ਸੀ ਤਾਂ ਹੁਣ ਵੋਟਾਂ ਨੇੜੇ ਦੇਖ ਕੇ ਮੰਗ ਕਿਉਂ ਉੱਠ ਰਹੀ ਹੈ? ਮੰਗ ਇਸ ਤੋਂ ਪਹਿਲਾਂ ਵੀ ਉੱਠ ਜਾਣੀ ਚਾਹੀਦੀ ਸੀ। 4.5 ਸਾਲ ਹੋ ਗਏ ਨੇ ਕਿ ਫਾਸਟ ਟਰੈਕ ਕੋਰਟ ਦੇ ਰਾਹੀਂ ਇਹਨੂੰ ਜਲਦ ਤੋਂ ਜਲਦ ਨਿਬੇੜਿਆ ਜਾਵੇ। ਪਹਿਲੀ ਗੱਲ ਤਾਂ ਇਹੀ ਹੈ ਸੁਖਵਿੰਦਰ ਜੀ, ਅੱਜ ਆਪਾਂ ਨਵਜੋਤ ਸਿੰਘ ਸਿੱਧੂ ਇੱਕ ਟਵੀਟ ਕਰਕੇ ਚਰਚਾ ਚ ਆ ਜਾਂਦਾ, ਬੋਲ ਤਾਂ ਸਾਰੇ ਰਹੇ ਨੇ। ਜਦੋਂ ਤੋਂ ਜਿਹੜੀ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਖਾਰਜ ਹੋਈ ਹੈ, ਰੱਦ ਹੋਈ ਹੈ, ਉਸ ਤੋਂ ਬਾਅਦ ਕਿਹੜੀ ਪਾਰਟੀ ਆ ਜਿਹਨੇ ਨਾ ਬੋਲਿਆ ਹੋਵੇ ਇਸ ਮਾਮਲੇ ਦੇ ਉੱਤੇ, ਜਿਹੜੀ ਬਿਆਨਬਾਜ਼ੀ ਨਾ ਕੀਤੀ ਹੋਵੇ, ਜਾਂ ਕੋਈ ਸਹੀ ਠਹਿਰਾ ਰਿਹਾ ਕੋਈ ਕੁੰਵਰ ਵਿਜੇ ਪ੍ਰਤਾਪ ਨੂੰ? ਜਿਵੇਂ ਅਕਾਲੀ ਦਲ ਕਹਿੰਦਾ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਉਹਦੇ ਜਿਹੜੇ ਰਿਜ਼ਾਈਨ ਹੈ ਉਹਨੂੰ ਰੱਦ ਕਰਕੇ ਉਹਨੂੰ ਗ੍ਰਿਫਤਾਰ ਕਰਨਾ ਚਾਹੀਦਾ। ਉਹ ਕਿਉਂ ਬਈ, ਕਾਰਨ ਕੀ ਹੈ? ਕਾਰਨ ਤਾਂ ਦੱਸਣ ਨਾ। ਜੇ ਤੁਹਾਨੂੰ ਗਲਤ ਲੱਗਦਾ ਤਾਂ ਕੁੰਵਰ ਵਿਜੇ ਪ੍ਰਤਾਪ ਚੈਲੰਜ ਕਰਦਾ ਹੈ ਕਿ ਮੈਨੂੰ ਤੁਸੀਂ ਮੇਰੇ ਤੇ ਮਾਣਹਾਨੀ ਦਾ ਪਰਚਾ ਦਿਓ, ਮੇਰੇ ਤੇ ਕਰੋ ਮੁਕੱਦਮਾ ਮਾਣਹਾਨੀ ਦਾ। ਉਹ ਕਹਿੰਦਾ ਮੇਰੇ ਕੋਲ ਇਹੋ ਜਿਹਾ ਕੁਝ ਪਿਆ ਕਿ ਮੈਂ ਜੇ ਉਹ ਮੂਹਰੇ ਸਭ ਦੇ ਸਾਹਮਣੇ ਕੱਢਤਾ ਤਾਂ ਇਹਨਾਂ ਨੂੰ ਛੱਡ ਕੇ ਭੱਜਣਾ ਪੈਣਾ, ਦੇਸ਼ ਛੱਡ ਕੇ ਭੱਜਣਾ ਪੈਣਾ। ਉਹਦਾ ਇੱਥੋਂ ਤੱਕ ਚੈਲੰਜ ਕਰਦਾ। ਤੁਸੀਂ ਕੋਰਟ ਦੇ ਰਾਹੀਂ ਉਹਨੂੰ ਘੇਰ ਦਿਓ। ਸਵਾਲ ਕਿਤੇ ਨਾ ਕਿਤੇ ਪਰਮਿੰਦਰ ਜੀ ਦੋਨਾਂ ਤੇ ਉੱਠਦੇ ਨੇ। ਜੇਕਰ ਇਹ ਜਿਵੇਂ ਤੁਸੀਂ ਕਿਹਾ ਵੀ ਜੇ ਇਹ ਸਹੀ ਨੇ ਤਾਂ ਕੁੰਵਰ ਵਿਜੇ ਪ੍ਰਤਾਪ ਜਾਣਬੁੱਝ ਕੇ ਫਸਾ ਰਿਹਾ, ਤਾਂ ਫਿਰ ਕੁੰਵਰ ਵਿਜੇ ਪ੍ਰਤਾਪ ਦੇ ਉੱਪਰ ਇਹਨਾਂ ਨੂੰ ਮਾਨਹਾਨੀ ਦਾ ਦਾਅਵਾ ਕਰ ਦੇਣਾ ਚਾਹੀਦਾ। ਤਾਂ ਜੇ ਉਧਰ ਕੁੰਵਰ ਵਿਜੇ ਪ੍ਰਤਾਪ ਦੇ ਕੋਲ ਵੀ ਜੇਕਰ ਸਬੂਤ ਪਏ ਨੇ ਤਾਂ ਹਲੇ ਤੱਕ ਉਹ ਫਿਰ ਲੁਕੋ ਕੇ ਕਿਉਂ ਰੱਖੀ ਬੈਠੇ ਆ? ਉਹਨਾਂ ਨੂੰ ਵੀ ਇੰਨਾ ਟਾਈਮ ਹੋ ਗਿਆ, ਜਨਤਕ ਕਿਉਂ ਨਹੀਂ ਕਰ ਰਹੇ ਉਹ? ਫਿਰ ਉਹਨਾਂ ਦੀ ਵੀ ਕਾਬਲੀਅਤ ਤੇ ਸਵਾਲ ਉੱਠਦੇ ਨੇ, ਇਮਾਨਦਾਰੀ ਤੇ ਸਵਾਲ ਉੱਠਦੇ ਨੇ, ਕਿਉਂ ਲੁਕੋ ਕੇ ਰੱਖੇ ਹੋਏ ਆ? ਬਿਲਕੁਲ ਸਵਾਲ ਤਾਂ ਦੇਖੋ ਉੱਠਦੇ ਨੇ, ਪਰ ਇੱਕ ਗੱਲ ਹੋਰ ਵੀ ਹੈ ਨਾ ਸੁਖਵਿੰਦਰ ਜੀ, ਜਿਨ੍ਹਾਂ ਨਾਲ ਟੱਕਰ ਹੁੰਦੀ ਹੈ ਨਾ, ਦੇਖੋ 2015 ਤੋਂ ਆਪਾਂ ਜੇ ਸ਼ੁਰੂ ਚ ਗੱਲ ਕਰੀਏ, ਆਪਾਂ ਇਸ ਸਵਾਲ ਤੇ ਹੀ ਆਵਾਂਗੇ। ਜਦੋਂ 2015 ਦੇ ਵਿੱਚ ਗੱਲ ਹੋਈ, ਜਦੋਂ ਮਹਾਰਾਜ ਦੇ ਸਰੂਪ ਚੋਰੀ ਹੋਏ, ਉਦੋਂ ਸੀਐਮ ਔਰ ਡਿਪਟੀ ਸੀਐਮ ਸੁਖਬੀਰ ਬਾਦਲ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣੀ ਸੀਐਮ ਸੀਗੇ, ਹਨਾ। ਤੇ ਇੱਕ ਕਿਸੇ ਐਸੇ ਆਫਿਸਰ ਕੋਲ ਕੋਈ ਪਾਵਰ ਹੁੰਦੀ ਹੈ ਕੋਈ ਕਿ ਸਿੱਧਾ ਜਾ ਕੇ ਕਿਸੇ ਨੂੰ ਅਰੈਸਟ ਕਰ ਲਵੇ ਜਾਂ ਉਹਦੇ ਵਿਰੁੱਧ ਐਫ ਆਈ ਆਰ ਦੇ ਦੇਵੇ? ਗ੍ਰਹਿ ਮੰਤਰੀ ਹੈ, ਕੋਈ ਸੀਐਮ ਹੈ, ਤੇ ਜਾਂ ਉਹਦੇ ਖਿਲਾਫ ਪਰਚਾ ਦੇ ਦੇਵੇ, ਜਾਂ ਉਹਦੇ ਖਿਲਾਫ ਜਾਂਚ ਕਰਕੇ ਉਹਦਾ ਨਾਮ ਲੈ ਕੇ ਵਿੱਚ ਉਹਨੂੰ ਦੋਸ਼ੀ ਸਿੱਧਾ ਗਰਦਾਨ ਹੋਵੇ। ਤੇ ਕੀ ਐਸੇ ਕੋਈ ਪੁਲਿਸ ਆਫਿਸਰ ਕੋਲ, ਕਿਸੇ ਚਾਹੇ ਡੀਜੀਪੀ ਹੋਵੇ, ਕੋਈ ਪਾਵਰ ਹੁੰਦੀ ਹੈ? ਗ੍ਰਹਿ ਮੰਤਰੀ ਯਾਰ, ਸੀਐਮ ਹੈ, ਐਵੇਂ ਥੋੜੀ ਹੁੰਦਾ। ਉਹਨਾਂ ਕੋਲ ਤਾਂ ਇਹ ਬੰਦੇ ਉਹਨੂੰ ਬਚਾਉਣ ਦੇ ਲਈ ਇਸ ਤਰ੍ਹਾਂ ਦੇ ਦਾਅ ਪੇਚ ਦਿਖਾਉਂਦੇ ਨੇ, ਉਸ ਤਰ੍ਹਾਂ ਦੇ ਦਾਅ ਪੇਚ ਲੈ ਕੇ ਆਉਂਦੇ ਨੇ। ਜਿਵੇਂ 2015 ਦੇ ਵਿੱਚ ਜਿਹੜੀ ਐਫ ਆਈ ਆਰ ਲਾਂਚ ਹੋਈ, ਠੀਕ ਹੈ, ਉਹ ਭਾਵੇਂ ਕੁਝ ਹੋਰ ਸੀਗੀ, ਤੇ 2018 ਦੇ ਉਹ ਵਿੱਚ ਜਾ ਕੇ ਦੁਬਾਰਾ ਫੇਰ ਉਸ ਮਾਮਲੇ ਨੂੰ ਲੈ ਕੇ ਇੱਕ ਐਫ ਆਈ ਆਰ ਹੋਰ ਲਾਂਚ ਹੁੰਦੀ ਹੈ। ਤੇ ਉਹ ਇਹੋ ਜਿਹੀਆਂ ਚੀਜ਼ਾਂ ਵੀ ਆਧਾਰ ਬਣੀਆਂ ਜਿਹੜੀਆਂ ਜਾਂਚ ਨੂੰ ਖਾਰਜ ਕਰਾਉਣ ਦੇ ਵਿੱਚ, ਰਿਪੋਰਟ ਨੂੰ ਖਾਰਜ ਕਰਾਉਣ ਦੇ ਵਿੱਚ ਸਾਜ਼ਿਸ਼ ਸਿੱਧ ਹੋਈਆਂ। ਤੇ ਦੂਜੀ ਗੱਲ, ਜਿਹੜੀ ਕੁੰਵਰ ਵਿਜੇ ਪ੍ਰਤਾਪ ਨੇ ਆਪਣਾ ਖਦਸ਼ਾ ਜ਼ਾਹਿਰ ਕੀਤਾ ਸੀਗਾ ਇੱਕ ਇੰਟਰਵਿਊ ਦੇ ਵਿੱਚ, ਉਹ ਬੋਲਦੇ ਸੀਗੇ ਜਿਹੜੀ ਧਿਰ ਹੈ ਨਾ ਦੂਜੀ, ਜਿਹਨੂੰ ਦੋਸ਼ੀ ਮੰਨਿਆ ਜਾਂਦਾ, ਉਹ ਤਾਕਤਵਰ ਹੈ। ਜਦੋਂ ਤਾਕਤਵਰ ਹੈ, ਉਹਦੇ ਕੋਲ ਤਾਕਤ ਹੈ। ਹੁਣ ਹੋ ਸਕਦਾ ਉਹੀ ਡਰ ਹੋਵੇ, ਇੱਕ ਆਪਣੇ ਕੋਲ ਬਚਾਅ ਦੇ ਲਈ ਕੁਛ ਨਾ ਕੁਛ ਤਾਂ ਬੰਦਾ ਰੱਖਦਾ ਹੀ ਹੈ ਨਾ। ਬਿਲਕੁਲ। ਐਵੇਂ ਥੋੜੀ ਵੀ ਹਾਂ ਸਾਰੇ ਪੱਤੇ ਖੇਡ ਗਿਆ, ਹੁਣ ਤਾਂ ਜਿਹੜੀ ਬਦਨਾਮੀ ਹੋਣੀ ਸੀ ਉਹਦੀ ਹੁਣ ਇਹਨੂੰ ਚੱਕੋ। ਇੱਕ ਤਾਂ ਹੁਣ ਜੌਬ ਛੱਡਣੀ, ਜੌਬ ਦੇ ਵਿੱਚ ਰਹਿ ਕੇ ਉਹਨੂੰ ਪਰੇਸ਼ਾਨ ਕੀਤਾ ਜਾਣਾ ਸੀ, ਉਹਦੇ ਤੇ ਪਰਚੇ ਪਵਾ ਕੇ ਉਹਨੂੰ ਹਰਾਸ਼ ਕਰਨਾ ਸੀ ਇਹਨਾਂ ਨੇ। ਉਹਦੀ ਪੈਨਸ਼ਨ ਖਰਾਬ ਹੋਣੀ ਸੀ, ਰਿਟਾਇਰਮੈਂਟ ਖਰਾਬ ਹੋਣੀ ਸੀ, ਉਹਨੂੰ ਗਰਦਾਨ ਕੇ ਕਿਤੇ ਹੋ ਸਕਦਾ ਅੰਦਰ ਡੱਕ ਦਿੰਦੇ। ਫਿਰ ਨਾਲ ਦੀ ਨਾਲ ਉਹਨੇ ਜੁਆਇਨ ਕਰ ਦੇਣਾ ਆਪਣੇ ਵਕੀਲ, ਐਜ਼ ਏ ਵਕੀਲ ਬਣ ਜਾਣਾ, ਇੱਕਦਮ ਇਸ ਪੇਸ਼ੇ 'ਚ ਆ ਜਾਣਾ। ਇਹ ਮਾਇਨੇ ਰੱਖਦਾ, ਐਵੇਂ ਨਹੀਂ। ਉਹਨਾਂ ਨੂੰ ਪਤਾ ਹੈ ਕਿ ਦਾਅ ਪੇਚ ਖੇਡਦਾ। ਜਿਹੜੇ ਪੁਲਿਸ ਮਹਿਕਮੇ ਦੇ ਕਾਨੂੰਨ ਹੁੰਦੇ ਨੇ ਜਾਂ ਦਾਅ ਪੇਚ ਹੁੰਦੇ ਨੇ, ਉਹ ਸਾਰਿਆਂ ਨੂੰ ਪਤਾ ਹੈ। ਫਿਰ ਹੁਣ ਲਾਅ ਉਹਨਾਂ ਨੇ ਕੀਤਾ ਹੋਇਆ, ਲਾਅ ਦੇ ਵਿੱਚ ਉਹਨੂੰ ਇੱਕਦਮ ਜੁਆਇਨ ਕਰਕੇ ਵਕੀਲ ਬਣ ਜਾਣਾ, ਉਹਨੂੰ ਛੇਤੀ ਹੱਥ ਪਾਉਣ, ਉਹਨੂੰ ਇਹੀ ਡਰ ਹੈ ਕੁੰਵਰ ਵਿਜੇ ਪ੍ਰਤਾਪ ਨੂੰ ਕਿ ਮੈਨੂੰ ਛੇਤੀ ਹੱਥ ਨਾ ਪਾਉਣ। ਜੇ ਹੱਥ ਪਾਉਣਗੇ ਤਾਂ ਜਿਹੜੀਆਂ ਤਾਕਤਵਰ ਧਿਰਾਂ ਨੇ ਉਹ ਤਾਂ ਬਹੁਤ ਵੱਡਾ ਨੁਕਸਾਨ ਕਰਨਾ ਸੀ। ਜਿਵੇਂ ਹੁਣ ਅਕਾਲੀ ਦਲ ਵਾਲੇ ਇਹਨਾਂ ਨੇ ਆਪਣੇ ਬੰਦੇ ਵਗੈਰਾ ਲਾ ਕੇ ਜਿਹੜਾ ਹੈਗਾ, ਉਧਰੋਂ ਵੀ ਉਹਨਾਂ ਨੇ ਘੇਰਨਾ ਸ਼ੁਰੂ ਕਰ ਦਿੱਤਾ ਕੁੰਵਰ ਵਿਜੇ ਪ੍ਰਤਾਪ ਨੂੰ, ਜਿਸ ਤਰੀਕੇ ਨਾਲ ਉਹਨਾਂ ਨੂੰ ਬਾਰ ਕੌਂਸਲ ਦੀ ਡਿਸਪਲਿਨਰੀ ਕਮੇਟੀ ਦੇ ਉੱਤੋਂ ਅਸਤੀਫਾ ਦੇਣਾ ਪੈ ਗਿਆ।
ਹਾਂ ਬਿਲਕੁਲ, ਉਹ ਚਲੋ ਇੱਕ ਪ੍ਰੋਸੈਸ ਹੁੰਦਾ, ਜਿਵੇਂ ਉਹਨਾਂ ਨੇ ਦੋਸ਼ ਲਾਇਆ ਕੁਲਦੀਪ ਸਿੱਧੂ ਹੋਰਾਂ ਨੇ, ਉਹ ਕਹਿੰਦੇ ਵੀ ਇਹਨਾਂ ਕੋਲ 1 ਘੰਟੇ ਦਾ ਵੀ ਕਿਸੇ ਕੇਸ ਨੂੰ ਲੜਨ ਦਾ ਤਜਰਬਾ ਨਹੀਂ ਹੈਗਾ, ਤੇ ਇੱਕਦਮ ਇਹ ਅਨੁਸ਼ਾਸਨੀ ਕਮੇਟੀ ਦੇ ਮੈਂਬਰ ਲੈਣਾ, ਉਹ ਉਹਨਾਂ ਦਾ ਇੱਕ, ਉਹ ਕਹਿੰਦੇ ਮੈਂ ਕੋਈ ਵਿਰੋਧੀ ਨਹੀਂ ਹੈਗਾ ਕੁੰਵਰ ਵਿਜੇ ਪ੍ਰਤਾਪ ਦਾ, ਬਟ ਜੋ ਸੰਵਿਧਾਨਕ ਤੌਰ ਤੇ ਜਾਇਜ਼ ਹੋਣਾ ਚਾਹੀਦਾ ਹੈ ਉਹਦੇ ਤਹਿਤ ਉਹ ਕਾਰਵਾਈ ਹੋਈ ਹੈ। ਚਲੋ ਘੇਰਨਾ ਤਾਂ ਹੈ ਹੀ ਸੀ ਕਿਸੇ ਪਾਸੇ ਹੋਈ, ਪਰ ਇਹ ਤੋਂ ਵਕਾਲਤ ਤਾਂ ਹੋ ਨਹੀਂ ਸਕਦੇ, ਟੌਪਰ ਹੈਗੇ ਨੇ ਇਹ, ਠੀਕ ਹੈ ਜੀ। ਮੈਂ LLB ਕੀਤੀ ਹੋਈ ਹੈ, ਤੇ ਇਹਨਾਂ ਕੋਲੋਂ ਕੋਈ ਵਕਾਲਤ ਕਰਨ ਦਾ ਅਧਿਕਾਰ ਨਹੀਂ ਹੋ ਸਕਦਾ। ਡਿਗਰੀ ਅਗਲਿਆਂ ਕੋਲ ਹੈਗੀ, ਅੱਜ ਕੱਲ੍ਹ ਤਾਂ ਵੈਸੇ ਹੀ 40 ਡਿਗਰੀਆਂ ਲਈ ਫਿਰਦੇ ਨੇ ਲੋਕ, ਇਹ ਤਾਂ ਫਿਰ ਵੀ ਚਲੋ ਇੱਕ ਇਮਾਨਦਾਰ ਵਜੋਂ ਜਾਣੇ ਜਾਂਦੇ ਨੇ, ਤਾਂ ਇਹਨਾਂ ਦੀ ਡਿਗਰੀ ਵੀ ਹੋਣੀ, ਚਲੋ ਜੋ ਵੀ ਹੈਗਾ ਇਹਨਾਂ ਨੇ ਇਖਤਿਆਰ ਕੀਤਾ। ਦੂਜੀ ਗੱਲ ਜਿਹੜੀ ਆਪਾਂ ਨਾਲ ਕਰ ਰਹੇ ਸੀਗੇ ਕਿ 4 ਸਾਲ ਕਿਉਂ ਚੁੱਪ ਰਹੇ, ਹੁਣ ਕਿਉਂ ਰੌਲਾ ਪਾ ਰਹੇ ਨੇ। 4 ਸਾਲਾਂ ਦੇ ਵਿੱਚ ਜਿਹੜੀ ਗੇਮ ਖੇਡਣੀ ਸੀ ਉਹ ਖੇਡੀ ਗਈ ਹੈ, ਹਰ ਇੱਕ ਬੰਦੇ ਨੇ ਖੇਡੀ ਹੈ। ਮਾਮਲਾ ਅੱਜ ਦਾ ਥੋੜ੍ਹਾ ਹੀ ਹੈ, 2015 ਤੋਂ ਸ਼ੁਰੂ ਹੋਇਆ, ਉਦੋਂ ਸਿੱਧੂ ਸਾਹਿਬ ਵੀ ਭਾਜਪਾ ਦਾ ਹਿੱਸਾ ਸੀਗੇ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਖਾਧੀ ਕਿ ਅਸੀਂ ਬੇਅਦਬੀ ਦੇ ਮਾਮਲੇ ਦੇ ਦੋਸ਼ੀਆਂ ਨੂੰ ਅੰਦਰ ਢੱਕ ਕੇ ਰਹਾਂਗੇ, ਛੇਤੀ ਇਹਨਾਂ ਦਾ ਫੈਸਲਾ ਕਰਾਂਗੇ, ਦੋਸ਼ੀਆਂ ਨੂੰ ਸਜ਼ਾ ਦਵਾ ਕੇ ਰਹਾਂਗੇ। ਉਹ ਤੋਂ ਬਾਅਦ 4 ਸਾਲ ਫੇਰ ਲੰਘ ਗਏ, ਉਦੋਂ ਵੀ ਸਰਕਾਰ ਦਾ ਹਿੱਸਾ ਰਹੇ ਨੇ, ਪਾਵਰ ਹੱਥ 'ਚ ਰਹੀ ਹੈ, ਤੇ ਬਾਕੀ ਹੋਰ ਮੰਤਰੀ ਸੰਤਰੀ ਵੀ ਰਹੇ ਨੇ, ਵਿਰੋਧੀ ਧਿਰਾਂ ਵੀ ਰਹੀਆਂ ਨੇ, ਆਮ ਆਦਮੀ ਪਾਰਟੀ ਵੀ ਵਿਰੋਧੀ ਧਿਰ ਦੇ ਵਿੱਚ ਖੜੀ ਸੀ। ਅੱਜ ਜਾ ਕੇ ਰੌਲਾ ਕਿਉਂ ਪਾ ਰਹੇ ਹੋ, ਕਿਉਂ, ਕੀ ਪੈਰਵਾਈ ਕੀਤੀ, ਕੀ ਸਿੱਧੂ ਸਾਹਿਬ ਨੂੰ ਜਾਂ ਹੋਰ ਜਿਹੜੇ ਬੰਦੇ ਸਰਕਾਰ ਦਾ ਹਿੱਸਾ ਨੇ, ਕਾਂਗਰਸ ਸਰਕਾਰ ਦਾ, ਕਿ ਉਹਨਾਂ ਨੂੰ ਆਪਣੇ ਜਿਹੜੇ ਐਡਵੋਕੇਟ ਜਨਰਲ ਨੇ ਉਹਨਾਂ ਦੀ ਕਾਰਗੁਜ਼ਾਰੀ ਦਾ ਪਤਾ ਹੀ ਨਹੀਂ ਸੀ, ਕਿ ਉਹਨਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਇੱਕ ਫੰਡ ਜਿਹੜਾ ਦਿੱਤਾ ਜਾ ਰਿਹਾ ਹੈ ਬਾਹਰੋਂ ਵਕੀਲ ਬੁਲਾ ਬੁਲਾ ਕੇ, ਉਹਨਾਂ ਤੇ ਲੱਖਾਂ ਕਰੋੜਾਂ ਰੁਪਏ ਖਰਚਿਆ ਜਾ ਰਿਹਾ ਹੈ, ਉਹ ਕਿਵੇਂ ਖਰਚਿਆ ਜਾ ਰਿਹਾ, ਕਿਉਂ ਖਰਚਿਆ ਜਾ ਰਿਹਾ, ਉਹ ਸਹੀ ਵੀ ਹੈ। ਕਿਸੇ ਨੇ ਦੇਖਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਜੇ ਉਹ ਸ਼ਰੇਆਮ ਚਲੋ ਕੁੰਵਰ ਜੇ ਵਿਜੇ ਪਿੱਛੇ ਪ੍ਰਤਾਪ ਨੂੰ ਪਿੱਛੇ ਕਹਿ ਦੀ ਰਿਹਾ ਆਪਾਂ ਗੱਲ ਛੱਡ ਦਈਏ ਪਰਮਿੰਦਰ ਜੀ, ਪਿੱਛੇ ਦੀ ਆਪਾਂ ਗੱਲ ਛੱਡ ਦਈਏ, ਸਵਾਲ ਆਪਾਂ ਇਹ ਖੜੇ ਕਰ ਰਹੇ ਸੀ ਕਿ ਜੇਕਰ ਹੁਣ ਛੇਤੀ ਤੋਂ ਛੇਤੀ ਸਮਾਬੱਧ ਜਾਂਚ ਕੀਤੀ ਜਾ ਸਕਦੀ ਹੈ, ਫਾਸਟ ਟਰੈਕ ਕੋਰਟ ਬਣਾਏ ਜਾ ਸਕਦੇ ਨੇ, ਤਾਂ ਜਿਹੜੇ 4.5 ਸਾਲ ਲੰਘ ਗਏ ਉਦੋਂ ਕਿਉਂ ਨਹੀਂ, ਜਿਹੜਾ ਅਹਿਮ ਜਦੋਂ ਇਹ ਮੁੱਦਾ ਸੀਗਾ ਗੁਰੂ ਸਾਹਿਬ ਦੀ ਬੇਅਦਬੀ ਦੇ ਉੱਪਰ, ਤੇ ਉਹਨਾਂ ਦੇ ਰੋਸ ਦੇ ਵਜੋਂ ਕਰ ਰਹੇ ਜਿਹੜੇ 2 ਸਿੰਘ ਸੀਗੇ ਉਹ ਸ਼ਹੀਦ ਹੋ ਗਏ ਸੀ, ਇਸ ਤੋਂ ਉੱਪਰ ਮੇਰੇ ਖਿਆਲ 'ਚ ਕੋਈ ਪੰਜਾਬ ਦੇ ਵਿੱਚ ਕੋਈ ਵੱਡਾ ਮੁੱਦਾ ਪਿਛਲੇ 4.5 ਸਾਲ ਦੇ ਵਿੱਚ ਹੈ ਨਹੀਂ ਸੀ, ਤਾਂ ਫਿਰ ਕਿਉਂ ਨਹੀਂ ਜਿਹੜਾ ਹੁਣ ਕਰਨ ਨੂੰ ਫਿਰਦੇ ਆ ਤੇ ਪਹਿਲਾਂ ਕਿਉਂ ਨਹੀਂ ਕੀਤਾ ਗਿਆ। ਤਾਂ ਦੂਜਾ ਸਵਾਲ ਇਹ ਉੱਠਦਾ ਹੈ ਕਿ ਜੇਕਰ ਨਵੀਂ SIT ਬਣਦੀ ਹੈ ਤਾਂ ਉਹ ਕੀ ਦੁਬਾਰਾ ਇਸੇ ਤਰ੍ਹਾਂ ਦੀ ਹੀ ਜੇਕਰ ਜਾਂਚ ਕਰਦੀ ਹੈ, ਤੱਥ ਅਜਿਹੇ ਹੀ ਸਾਹਮਣੇ ਆਉਂਦੇ ਨੇ, ਆਹੀ ਗੱਲਾਂ ਜਾਂਚ ਦੇ ਵਿੱਚ ਪਾਈਆਂ ਜਾਂਦੀਆਂ ਨੇ ਜੋ ਕੁੰਵਰ ਵਿਜੇ ਪ੍ਰਤਾਪ ਦੀ ਜਾਂਚ ਦੇ ਵਿੱਚ ਪਾਈਆਂ ਗਈਆਂ, ਕਿਉਂਕਿ ਇਸ ਤੋਂ ਪਹਿਲਾਂ ਇਹੀ ਗੱਲਾਂ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਕਹਿੰਦੇ ਕਿ ਰਣਜੀਤ ਸਿੰਘ ਕਮਿਸ਼ਨ ਦੇ ਵਿੱਚ ਵੀ ਪਾਈਆਂ ਗਈਆਂ ਸੀ। ਤੇ ਜੇਕਰ ਅਜਿਹੇ ਹੀ ਤੱਥ ਅਗਲੀ ਜਾਂਚ ਦੇ ਵਿੱਚ ਵੀ ਸਾਹਮਣੇ ਆਉਂਦੇ ਨੇ, ਕੀ ਅਕਾਲੀ ਉਸ ਜਾਂਚ ਨੂੰ ਮੰਨਣਗੇ ਕਿ ਫਿਰ ਇਹੀ ਰੌਲਾ ਪਾਉਣਗੇ। ਤੇ ਜੇਕਰ ਅਜਿਹੀ ਇਹ ਜਾਂਚ ਬਿਲਕੁਲ ਹੀ ਬਦਲ ਦਿੱਤੀ ਜਾਂਦੀ ਹੈ, ਤੱਥ ਹੋਰ ਸਾਹਮਣੇ ਆ ਜਾਂਦੇ ਨੇ, ਅਕਾਲੀ ਜਾਂ ਕੋਈ ਹੋਰ ਜਿਹੜੇ ਮੁੱਖ ਦੋਸ਼ੀ ਹੋਣਗੇ ਉਹਨਾਂ ਨੂੰ ਬਚਾ ਲਿਆ ਜਾਂਦਾ, ਤਾਂ ਕਿ ਫਿਰ ਪੀੜਤ ਪਰਿਵਾਰ ਉਸ ਜਾਂਚ ਨੂੰ ਮੰਨਣਗੇ, ਕਿ ਉਹਨਾਂ ਨੂੰ ਕੀ ਭਰੋਸਾ ਹੈ ਕਿ ਉਹਨਾਂ ਨੂੰ ਇਨਸਾਫ ਮਿਲੇਗਾ, ਜਾਂ ਫਿਰ ਜਾਂਚ ਨੇਪਰੇ ਚੜ ਸਕਦੀ ਹੈ ਵੀ ਜਾਂ ਨਹੀਂ, ਇਹ ਸਵਾਲ ਨੇ ਉੱਠ ਰਹੇ। ਬਿਲਕੁਲ ਸੁਖਵਿੰਦਰ, ਜਿੱਦਾਂ 4.5 ਸਾਲ ਦੇ ਵਿੱਚ ਕਿਉਂ ਨਹੀਂ ਫਾਸਟ ਟਰੈਕ ਕੋਰਟ ਬਣ ਸਕੀ, ਇਹਦੇ ਵਿੱਚ ਤਾਂ ਸਿੱਧਾ ਜਿਵੇਂ ਕੋਸ਼ਿਸ਼ ਕਰ ਰਹੇ ਹੈ ਨਾ ਨਵਜੋਤ ਸਿੰਘ ਸਿੱਧੂ, ਕਿ ਜਿਹੜੀ ਹੱਥ ਮਿਲਾਉਣ ਵਾਲੀ ਖੇਡ ਹੈ ਉਹਨੂੰ ਉਜਾਗਰ ਕਰਿਆ ਜਾਵੇ, ਭਾਵੇਂ ਉਹ ਬੋਲ ਕੇ ਨਹੀਂ ਕਰ ਪਾ ਰਹੇ, ਡਾਇਰੈਕਟ ਤਰੀਕੇ ਨਾਲ ਨਹੀਂ ਕਰ ਪਾ ਰਹੇ। ਹਾਲਾਂਕਿ ਆਮ ਆਦਮੀ ਪਾਰਟੀ ਵੀ ਇਹ ਕਹਿੰਦੀ ਰਹੀ ਆ ਕਿ ਅਕਾਲੀ ਦਲ ਤੇ ਕਾਂਗਰਸ ਜਿਹੜੀ ਹੈਗੀ ਆ ਉਹ ਦੋਨੋਂ CM ਨੇ ਜਿਹੜੇ, ਜਿਵੇਂ ਚਾਹੇ ਕੈਪਟਨ ਅਮਰਿੰਦਰ ਸਿੰਘ ਨੇ, ਚਾਹੇ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਨੇ, ਉਹ ਹੱਥ ਮਿਲਾ ਕੇ ਗੇਮ ਖੇਡ ਰਹੇ ਨੇ। ਸੋ ਉਹ ਸਪਸ਼ਟ ਹੋਣ ਜਾ ਰਿਹਾ ਇੱਥੇ ਕਿ ਉਹੀ ਚੀਜ਼ ਸੀ ਜਿਹੜੀ ਇਹਨੂੰ ਫਾਸਟ ਟਰੈਕ ਤੇ ਲੈ ਕੇ ਨਹੀਂ ਆਈ, ਉਹੀ ਚੀਜ਼ ਸੀ ਜਿਹੜੀ ਕੋਰਟ ਦੇ ਵਿੱਚ ਆਪਣਾ ਪੱਖ ਮਜ਼ਬੂਤ ਧਿਰ ਬਣ ਕੇ ਨਹੀਂ ਰੱਖ ਸਕੀ, ਉਹੀ ਚੀਜ਼ ਸੀ ਜਿਹੜੀ ਅਤੁਲ ਨੰਦਾ ਨੂੰ ਆਪਾਂ ਕਹਿ ਲਓ ਕਿ ਉੱਥੇ ਪੇਸ਼ੀ ਸਮੇਂ ਛੁੱਟੀ ਲੈਣ ਲਈ ਮਜਬੂਰ ਕਰਦੀ ਰਹੀ, ਉਹੀ ਚੀਜ਼ ਜਿਹੜੀ ਸਰਕਾਰੀ ਵਕੀਲਾਂ ਨੂੰ ਵਿਰੋਧੀ ਧਿਰ ਦਾ ਪੱਖ ਪੇਸ਼ ਕਰਨ ਦੇ ਲਈ ਵਰਤਦੀ ਰਹੀ ਆ। ਕਹਿਣ ਦਾ ਭਾਵ ਇਹ ਹੈ ਕਿ ਜੋ ਬਲੇਮ ਹੁੰਦੇ ਰਹੇ ਨੇ ਉਹ ਸਪਸ਼ਟ ਹੁੰਦੇ ਜਾ ਰਹੇ ਨੇ ਇਸ ਰਿਪੋਰਟ ਦੇ ਨਾਲ, ਵੀ ਹੁਣ ਤੱਕ ਜਾਂਚ ਸਿਰੇ ਕਿਉਂ ਨਹੀਂ ਲੱਗੀ। ਉਹਦਾ ਕਾਰਨ ਸਿਰਫ ਤੇ ਸਿਰਫ ਇਹ ਹੈ, ਕਿਤੇ ਨਾ ਕਿਤੇ ਢਿੱਲ ਵਰਤੀ ਗਈ ਆ, ਕਿਤੇ ਨਾ ਕਿਤੇ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਾਂ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਿਆ ਹੀ ਨਹੀਂ ਗਿਆ ਕਿ ਚਲੋ ਠੀਕ ਹੈ, ਜਦੋਂ ਮੌਕਾ ਆਊਗਾ ਉਹ ਹੋ ਸਕਦਾ ਚੋਣਾਂ ਲਈ ਰੱਖ ਲਿਆ ਜਾਵੇ, ਫਿਰ ਉਹ ਚੋਣਾਂ ਦੇ ਵੇਲੇ ਫੇਰ ਵਰਤਿਆ ਜਾਊਗਾ, ਫੇਰ ਮੋਰਚਾ ਲੱਗੂਗਾ, ਫੇਰ ਵਾਅਦੇ ਹੋਣਗੇ, ਫੇਰ ਸੱਤਾ ਦੇ ਕੋਈ ਨਾ ਕੋਈ ਧਿਰ ਸੱਤਾ ਤੇ ਕਾਬੂ ਹੋ ਜੂਗੀ ਇਸ ਮੁੱਦੇ ਨੂੰ ਲੈ ਕੇ। ਉਹ ਚੀਜ਼ਾਂ ਜਿਹੜੀਆਂ ਸਾਰੀਆਂ ਇੱਥੇ ਸਾਬਤ ਹੋ ਜਾਂਦੀਆਂ ਨੇ ਕਿ ਇਹਨਾਂ ਚੀਜ਼ਾਂ ਨੂੰ ਮੁੱਖ ਰੱਖ ਕੇ ਹੀ ਜਾਂਚ ਢਿੱਲੀ ਪਾਏਗੀ, ਜਾਂਚ ਨੂੰ ਲਮਕਾਇਆ ਗਿਆ, ਜਾਂਚ ਹੁਣ ਤੱਕ ਹੋਈ ਨਹੀਂ, ਜੇ ਰਿਪੋਰਟ ਹੋਈ ਤਾਂ
ਉਹ ਖਾਰਜ ਹੋ ਗਈ। ਹੁਣ ਰਹੀ ਕਿ ਜਿਹੜੀ ਨਵੀਂ ਸਿੱਟ ਆਈ ਹੈ, ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਕਿ ਉਹਦੇ ਨਾਲ ਸੈਟਿਸਫੈਕਸ਼ਨ ਹੋਊ, ਚਾਹੇ ਉਹ ਪੀੜਤ ਧਿਰ ਹੈ, ਚਾਹੇ ਕਾਂਗਰਸ ਹੈ, ਚਾਹੇ ਅਕਾਲੀ ਦਲ, ਚਾਹੇ ਵਿਰੋਧੀ ਧਿਰ ਹੈ। ਜੇ ਨਹੀਂ ਹੋਊ ਤਾਂ ਫਿਰ ਸਵਾਲ ਇਹ ਉੱਠੇਗਾ ਸੁਖਵਿੰਦਰ ਜੀ, ਕਿ ਫਿਰ ਕਿਹੜੀ ਦਿਸ਼ਾ ਵੱਲ ਇਹ ਜਾਂਚ ਨੂੰ ਲੈ ਕੇ ਜਾਣਗੇ ਔਰ ਕੌਣ ਲੈ ਕੇ ਜਾਊ? ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ਲੈ ਕੇ ਜਾਣਗੇ, ਜਾਂ ਜਿਹੜੇ ਹੋਰ ਮੰਤਰੀ ਨੇ, ਚਾਹੇ ਉਹ ਸੁਖਜਿੰਦਰ ਰੰਧਾਵਾ ਹੋਣੀ ਸੀ ਜਿਨ੍ਹਾਂ ਨੇ ਵਿਧਾਨ ਸਭਾ ਦੇ ਵਿੱਚ ਵੀ ਬੋਲਿਆ ਸੀਗਾ, ਉਹ ਲੈ ਕੇ ਜਾਣਗੇ, ਜਾਂ ਅਕਾਲੀ ਦਲ ਆਪਣੇ ਆਪ ਨੂੰ ਪਾਕ ਸਾਫ਼ ਕਰਨ ਦੇ ਲਈ ਫੇਰ ਕਿਤੇ ਹੋਰ ਏਜੰਸੀ ਤੋਂ ਕਰਾਉਣਗੇ। ਤੇ ਜੇ ਆਹੀ ਜੱਥ ਨਿਕਲਦੇ ਨੇ, ਫਿਰ ਇਹਨਾਂ ਨੂੰ ਕੁੰਵਰ ਵਿਜੇ ਪ੍ਰਤਾਪ ਨੂੰ ਭੰਡਣ ਦਾ, ਜਾਂ ਉਹਨੂੰ ਲਾਂਭੇ ਕਰਨ ਦਾ, ਜਾਂ ਹਾਈ ਕੋਰਟ ਦੇ ਵਿੱਚ ਕਿਹਨਾਂ ਲੋਕਾਂ ਨੇ ਜਾ ਕੇ ਇਸ ਤਰ੍ਹਾਂ ਦੇ ਸਬੂਤ ਪੇਸ਼ ਕਰੇ ਕਿ ਹਾਈ ਕੋਰਟ ਨੂੰ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਖਾਰਜ ਕਰਨੀ ਪਈ ਤੇ ਉਹਦੇ ਵਿਰੁੱਧ ਫੈਸਲੇ ਲੈਣੇ ਪਏ, ਉਹ ਕੌਣ ਬੰਦੇ ਸੀ? ਫਿਰ ਸਜ਼ਾ ਕੌਣ ਦਵਾਊਗਾ? ਇਹ ਸਾਰੇ ਸਵਾਲ ਇਕੱਠੇ ਹੋ ਕੇ ਇਹਨਾਂ ਨੂੰ ਸਾਰਿਆਂ ਨੂੰ ਘੇਰਨਗੇ। ਇਹ ਆਪਣੇ ਦੇ ਖੂਹ ਪੱਟ ਗਏ ਸਾਰੀਆਂ ਧਿਰਾਂ ਇਕੱਠੀਆਂ ਹੋ ਕੇ। ਪੀੜਤ ਪਰਿਵਾਰ ਤਾਂ ਇਨਸਾਫ ਚਾਹੁੰਦਾ, ਉਹਨੂੰ ਚਾਹੇ ਇਹ ਸਿੱਟ ਇਨਸਾਫ ਦੇ ਦੇਵੇ ਜਿਹੜੀ ਹੁਣ ਨਵੀਂ ਬਣੀ ਆ, ਚਾਹੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦੇ ਦੇਵੇ, ਚਾਹੇ ਜੋਰਾ ਸਿੰਘ ਦੀ ਦੇ ਦੇਣ, ਚਾਹੇ ਉਹ ਰਣਬੀਰ ਸਿੰਘ ਖੱਟੜਾ ਉਹਨਾਂ ਦੀ ਬਣੀ। ਜਿਹੜੇ ਸਾਰੇ ਇਨਵੋਲਵ ਨੇ ਨਾ, ਜਿਹੜੇ ਪੀੜਤ ਨੇ, ਉਹਨਾਂ ਨੂੰ ਤਾਂ ਇਨਸਾਫ ਚਾਹੀਦਾ। ਉਹ ਕਿਸੇ ਕੋਰਟ ਰਾਹੀਂ ਮਿਲਦੇ, ਕਿਸੇ ਸਿੱਟ ਰਾਹੀਂ ਮਿਲਦੇ, ਕਿਸੇ ਰਿਪੋਰਟ ਰਾਹੀਂ ਮਿਲਦੇ, ਉਹ ਤਾਂ ਸੈਟਿਸਫੈਕਸ਼ਨ ਹੋ ਜਾਊਗੀ, ਉਹਨਾਂ ਨੂੰ ਸੈਟਿਸਫਾਈ ਹੋ ਜਾਣਗੇ। ਲੇਕਿਨ ਜੇ ਰਿਪੋਰਟ ਦੇ ਵਿੱਚ ਇਹ ਆਉਂਦਾ ਦੁਬਾਰੇ ਕਿ ਨਾ ਤਾਂ ਤਾਕਤਵਰ ਧਿਰਾਂ ਜਿਹੜੀਆਂ ਜਿਨ੍ਹਾਂ ਦਾ ਅੱਜ ਨਾਮ ਲਿਆ ਜਾਂਦਾ, ਜਾਂ ਜਿਨ੍ਹਾਂ ਦਾ ਨਾਮ ਲਿਆ ਜਾਂਦਾ ਰਿਹਾ, ਜਾਂ ਜਿਨ੍ਹਾਂ ਦੇ ਨਾਮ ਤੇ ਸੱਤਾ ਹਾਸਲ ਕੀਤੀ ਕਾਂਗਰਸ ਨੇ, ਉਹ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦਾ ਨਾਮ ਸੀਗਾ, ਜੇ ਉਹਨਾਂ ਦੇ ਨਾਮ ਫੇਰ ਨਹੀਂ ਆਉਂਦੇ, ਫਿਰ ਦੋਸ਼ੀ ਕੌਣ ਆ? ਫਿਰ ਕਿਹਨੂੰ ਬਚਾਉਣ ਦੀ ਕੋਸ਼ਿਸ਼ ਹੋਈ? ਫਿਰ ਕਿਹਨਾਂ ਨੂੰ ਫੜ ਕੇ ਅੰਦਰ ਕਰੋਗੇ ਤੁਸੀਂ? ਜੇ ਦੋਸ਼ੀ ਇਹੀ ਸੀਗੇ, ਫਿਰ ਪੈਰਵੀ ਕਿਉਂ ਨਹੀਂ ਹੋਈ? ਇਹ ਤਾਂ ਸਿੱਧੇ ਤੌਰ ਤੇ ਨਾ ਸੁਖਵਿੰਦਰ ਜੀ, ਕਾਂਗਰਸ ਸਰਕਾਰ ਦੀ ਆਪਾਂ ਕਹਿ ਲਓ ਕਿ ਹੁਣ ਕਟਹਿਰੇ ਦੇ ਵਿੱਚ ਆ ਕੇ ਖੜ ਗਈ ਆ। ਕੈਪਟਨ ਅਮਰਿੰਦਰ ਸਿੰਘ ਨੂੰ, ਉਹਨਾਂ ਦੇ ਮੰਤਰੀਆਂ ਨੂੰ ਹੁਣ ਲੋਕਾਂ ਨੇ ਪੁੱਛਣਾ ਹੀ ਹੈ। ਜਿਵੇਂ ਪਹਿਲਾਂ ਅਕਾਲੀ ਦਲ ਦਾ ਹਾਲ ਹੋਇਆ, ਹੁਣ ਲੋਕਾਂ ਦੇ ਵਿੱਚ ਇਹਨਾਂ ਨੇ ਵਿਚਰਨਾ, ਤੇ ਜਾਂ ਤਾਂ ਜਲਦ ਤੋਂ ਜਲਦ ਇਹਨਾਂ ਨੂੰ ਸਿੱਟ ਦੀ ਰਿਪੋਰਟ ਪੇਸ਼ ਕਰਕੇ ਦੋਸ਼ੀਆਂ ਨੂੰ ਸਜ਼ਾ ਦਿਵਾਉਣੀ ਪਊਗੀ, ਤੇ ਜਾਂ ਫਿਰ ਤਿਆਰ ਰਹਿਣ ਲੋਕ ਇਹਨਾਂ ਦੇ ਵਿਰੁੱਧ ਕੀ ਫਤਵਾ ਦਿੰਦੇ ਨੇ। ਬਿਲਕੁਲ। ਤਾਂ ਪਰਵਿੰਦਰ ਜੀ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ, ਇਸ ਅਹਿਮ ਮੁੱਦੇ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਸੁਖਵਿੰਦਰ ਜੀ। ਤਾਂ ਇਹ ਸਨ ਸੀਨੀਅਰ ਪੱਤਰਕਾਰ ਸਰਦਾਰ ਪਰਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਸ ਮਾਮਲੇ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ, ਵਿਚਾਰ ਚਰਚਾ ਕੀਤੀ ਗਈ। ਉਮੀਦ ਕਰਦੇ ਹਾਂ ਕਿ ਇਹਨਾਂ ਦੇ ਵਿਚਾਰ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ ਕੁਝ ਨਵੇਂ ਤੇ ਅਹਿਮ ਮੁੱਦਿਆਂ ਦੇ ਨਾਲ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।